तो जगमीत होरी मेरे लाइन ते आ गए है। ਤੁਹਾਡੇ ਕੁਝ ਸੁਝਾਅ ਮੈਨੂੰ ਆਲਰੇਡੀ ਆ ਚੁੱਕੇ ਹੈ, ਤਾਂ ਕੋਸ਼ਿਸ਼ ਕਰਦੇ ਹਾਂ ਤੁਹਾਡੀਆਂ ਜੋ ਵੀ ਤੁਸੀਂ ਸਾਨੂੰ ਸਲਾਹਾਂ ਦੇ ਰਹੇ ਹੋ, ਜੋ ਵੀ ਤੁਹਾਡੇ ਆਪਣੇ ਸੁਜੈਸ਼ਨਸ ਨੇ ਉਹਨਾਂ ਤੱਕ ਪਹੁੰਚਾ ਸਕੀਏ। ਜੀ ਜਗਮੀਤ, ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ ਤੇ ਆਦਾਬ। ਜੀ ਜਗਮੀਤ, ਕੱਲ ਤੁਹਾਡੀ ਅਸੀਂ ਬੜੀ ਗਹਿ ਗੱਚ ਜਿਹੜੀ ਕਿ ਡਿਬੇਟ ਦੇਖੀ ਪਾਰਲੀਮੈਂਟ ਦੇ ਵਿੱਚ। ਜੀ ਤੁਸੀਂ ਪ੍ਰਾਈਮ ਮਿਨਿਸਟਰ ਨੂੰ ਬਾਰ-ਬਾਰ ਪੁੱਛ ਰਹੇ ਸੀਗੇ ਕਿ ਐਕਸਟੈਂਡ ਕਰੋ CERB ਜੀ ਨੂੰ, ਮੈਨੂੰ ਅਸ਼ੋਰੈਂਸ ਦਿਓ। ਅਸ਼ੋਰੈਂਸ ਪ੍ਰਾਈਮ ਮਿਨਿਸਟਰ ਦੇ ਨਹੀਂ ਸੀ ਰਹੇ। ਤੋਂ ਪਹਿਲਾਂ ਜੀ ਤੇ ਜੋ ਤੁਸੀਂ ਸਵਾਲ ਪੁੱਛ ਰਹੇ ਸੀ, ਮੈਂ ਚਾਹਾਂਗਾ ਤੁਸੀਂ ਸਾਨੂੰ ਦੱਸੋ ਕੀ ਤੁਹਾਡੇ ਸਵਾਲ ਸੀ ਔਰ ਕੀ ਤੁਸੀਂ ਪ੍ਰਾਈਮ ਮਿਨਿਸਟਰ ਤੋਂ ਕੀ ਅਸ਼ੋਰੈਂਸ ਮਿਲੀ ਹੈ ਕਿ ਨਹੀਂ। ਜੀ ਸੋ ਮੈਂ ਪੁੱਛ ਰਿਹਾ ਸੀਗਾ ਕਿ ਮੈਨੂੰ ਬਹੁਤ ਸਾਰੀ ਈਮੇਲਾਂ ਕਾਲਾਂ ਲੋਕ ਮੈਨੂੰ ਸੰਪਰਕ ਕਰ ਰਹੇ ਨੇ ਤੇ ਕਹਿ ਰਹੇ ਨੇ ਕਿ ਹਲੇ ਸਾਡੇ ਕੋਈ ਨੌਕਰੀ ਹੈ ਨਹੀਂ ਤੇ ਆਪਾਂ ਵਾਪਸ ਕੋਈ ਨੌਕਰੀ ਤੇ ਨਹੀਂ ਜਾ ਸਕਦੇ ਤੇ ਸਾਡੀ CERB ਥੋੜੇ ਹਫ਼ਤਿਆਂ 'ਚ ਮੁੱਕਣੀ ਹੈ ਤੇ ਜੇ ਉਹ ਮੁੱਕਦੀ ਹੈ CERB ਫਿਰ ਆਪਾਂ ਕੀ ਕਰ ਸਕਦੇ ਹਾਂ। ਸਾਡੇ ਕੋਲ ਕੋਈ ਸਹੂਲਤ ਨਹੀਂ ਹੋਣੀ ਨਹੀਂ ਕਿ ਆਪਾਂ ਆਪਣਾ ਗੁਜ਼ਾਰਾ ਕਿੱਦਾਂ ਕਰ ਸਕਦੇ ਹਾਂ। ਸੋ ਇਸ ਲਈ ਮੈਂ ਪੁੱਛਿਆ ਕਿ ਮੈਂ ਬਹੁਤ ਬੰਦਿਆਂ ਤੋਂ ਸੁਣਿਆ, ਬਹੁਤ ਲੋਕਾਂ ਤੋਂ ਸੁਣਿਆ ਕਿ ਉਹ ਕੰਮ ਤੇ ਜਾਣਾ ਚਾਹੁੰਦੇ ਪਰ ਕੰਮ ਹੈ ਨਹੀਂ। ਤੁਸੀਂ ਉਸ ਬੰਦੇ ਨੂੰ, ਉਸ ਪਰਿਵਾਰਾਂ ਨੂੰ ਕਹੋ ਕਿ ਹਾਂਜੀ ਆਪਾਂ CERB ਨੂੰ ਐਕਸਟੈਂਡ ਕਰਾਂਗੇ ਜਦ ਤੱਕ ਉਹ ਲੋਕ ਵਾਪਸ ਕੰਮ ਤੇ ਨਹੀਂ ਜਾ ਸਕਦੇ ਤੇ ਕੰਮ ਤੇ ਜਾ ਸਕਦੇ। ਤੇ ਮੇਰਾ ਜਿਹੜਾ ਸਵਾਲ ਦਾ ਜਵਾਬ ਜਿਹੜਾ ਮੈਨੂੰ ਮਿਲਿਆ ਉਹਦੇ 'ਚ ਥੋੜਾ ਜਿਹਾ ਇਸ਼ਾਰਾ ਸੀਗਾ ਪਰ ਸਾਫ਼ ਜਵਾਬ ਨੇ ਦਿੱਤਾ ਨਹੀਂ ਕਿ ਹਾਂ ਆਪਾਂ ਐਕਸਟੈਂਡ ਕਰਾਂਗੇ। ਸੋ ਮੈਨੂੰ ਇਸ ਗੱਲ ਤੋਂ ਦੁੱਖ ਲੱਗੀ ਕਿਉਂਕਿ ਲੋਕ ਬੜੇ ਪਰੇਸ਼ਾਨ ਨੇ ਤੇ ਲੋਕ ਦੀ ਪਰੇਸ਼ਾਨੀ ਨੂੰ ਦੂਰ ਕਰਨ ਲਈ ਇਹ ਮੈਂ ਓਪਨ ਹੈਗਾ ਕਿ ਕਿਸੇ ਵੀ ਤਰੀਕੇ ਨਾਲ, ਕੋਈ ਜ਼ਰੂਰੀ ਨਹੀਂ ਹੈਗਾ ਕਿ ਇਕੱਲਾ CERB, ਜੇ ਕੋਈ ਹੋਰ ਤਰੀਕਾ ਹੈਗਾ ਤਾਂ ਸਰਕਾਰ ਨੂੰ ਦੱਸਣਾ ਚਾਹੀਦਾ ਬੰਦੇ ਨੂੰ ਕਿ ਹਾਂ ਆਪਾਂ ਤੁਹਾਡੀ ਇਹ ਕਰਾਂਗੇ ਤਾਂ ਕਿ ਤੁਹਾਨੂੰ ਇਹ ਡਰ ਨਾ ਹੋਵੇ ਕਿ ਤੁਹਾਨੂੰ ਨੌਕਰੀ ਨਾ ਵੀ ਨਹੀਂ ਹੈਗਾ ਤੇ CERB ਵੀ ਨਹੀਂ ਹੈ। ਜੀ ਅੱਛਾ, ਮੇਰਾ ਸਵਾਲ ਦੂਜਾ ਇਹ ਹੈ ਕਿ ਤੁਸੀਂ ਜਿਹੜੇ ਉਹ ਵਿਰੋਧ ਕਰ ਰਹੇ ਹੋ, ਸਰਕਾਰ ਦਾ ਕਹਿਣਾ ਹੈ ਕਿ ਅਸੀਂ ਇਨਵੈਸਟੀਗੇਸ਼ਨ ਕਰਨਾ ਚਾਹੁੰਦੇ ਹਾਂ, ਅਸੀਂ ਪਤਾ ਕਰਨਾ ਚਾਹੁੰਦੇ ਹਾਂ ਕਿ ਜਿਨ੍ਹਾਂ ਲੋਕਾਂ ਨੇ ਫਰਾਡੂਲੈਂਟਲੀ ਤਰੀਕੇ ਦੇ ਨਾਲ CERB ਦਾ ਬੈਨੀਫਿਟ ਲਿਆ ਹੈ, ਅਸੀਂ ਉਹਨਾਂ ਨੂੰ ਵਾਰਨ ਕਰ ਰਹੇ ਹਾਂ ਕਿ ਉਹ ਪੈਸੇ ਵਾਪਸ ਕਰ ਦੇਣ। ਸਮੇਂ ਸਿਰ ਨਹੀਂ ਕਰਨਗੇ ਤੇ ਅਸੀਂ ਪੈਨਲਟੀ ਲਗਾਵਾਂਗੇ, ਪਨਿਸ਼ ਕਰਾਂਗੇ। ਤੇ ਜੇਲ੍ਹ ਟਰਮ ਵੀ ਇੱਕ ਵਰਡ ਵਿੱਚ ਬਾਰ-ਬਾਰ ਯੂਜ਼ ਕੀਤਾ ਜਾ ਰਿਹਾ ਹੈ। ਤੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਡਰ ਪੈਦਾ ਹੋ ਗਿਆ ਹੈ। ਜੇਲ੍ਹ ਦਾ ਨਾਂ ਹੀ ਐਸਾ ਹੈ। तो नो डाउट कोई भी बंदा कोई भी फ्रॉड करेगा, एक किसी भी कंट्री 'ਚ एक्सेप्टेबल नहीं हो सकता, ना ही होना चाहिए। पर सरकार ने पहला जिद्दां बहुत ही खुले तरीके नाल सब नूं बिना किसी रोक टोक तो पैसे दे दिते है, लोगों ने लए है। हुण एकदम जिहड़ा इस तरह के बिल लियाउण दी कोशिश की जा रही है, तो कुछ लोग इस करके क्रिटिसाइज तुहानूं कर रहे हैं, वो समझना चाह रहे हैं कि तुसीं क्यों विरोध कर रहे हो इस गल दा। जी ਪਹਿਲੀ ਤਾਂ ਗੱਲ ਹੈ ਕਿ ਮੈਂ ਕ੍ਰਿਮੀਨਲ ਡਿਫੈਂਸ ਲਾਅ ਦੇ ਵਿੱਚ ਕੰਮ ਕੀਤਾ। ਬਹੁਤ ਹੀ ਸਾਡੇ ਕੋਲ ਸਖਤ ਕਾਨੂੰਨ ਹੈਗੇ ਫਰਾਡ ਬਾਰੇ। ਸੋ ਜੇ ਕਿਸੇ ਨੇ ਫਰਾਡ ਕੀਤਾ, ਕਿਸੇ ਦਾ ਆਈਡੈਂਟੀਟੀ ਚੋਰੀ ਕੀਤੀ ਜਾਂ ਕਿਸੇ ਬੁਰਾ ਕਿਸਮ ਦਾ ਕੋਈ ਫਰਾਡ ਕੀਤਾ ਤਾਂ ਆਪਾਂ ਉਹਨੂੰ ਫੜ ਸਕਦੇ ਹਾਂ ਤੇ ਸਾਡੇ ਕੋਲ ਕਾਨੂੰਨ ਆਲਰੇਡੀ ਹੈਗਾ। ਹੁਣ ਮੇਰਾ ਜਿਹੜਾ ਪੰਗਾ ਹੈਗਾ, ਜਿਹੜਾ ਮੈਨੂੰ ਲੱਗਦਾ ਪੰਗਾ ਹੈਗਾ ਕਿ ਜਿਹੜਾ ਨਵਾਂ ਕਾਨੂੰਨ ਬਣਾ ਰਹੇ ਨੇ ਉਹ ਹੈਗਾ ਕਿ ਉਸ ਲੋਕਾਂ ਨੂੰ ਕਹਿ ਰਹੇ ਨੇ ਕਿ ਜਿਨ੍ਹਾਂ ਨੇ ਅਪਲਾਈ ਕੀਤਾ, ਜਿਨ੍ਹਾਂ ਨੇ ਸਰਕਾਰ ਨੇ ਕਿਹਾ ਕਿ ਕੋਈ ਗੱਲ ਨਹੀਂ, ਭਾਵੇਂ ਤੁਸੀਂ ਪੂਰੇ ਕੁਆਲੀਫਾਈ ਨਹੀਂ ਹੈਗੇ ਫਿਰ ਵੀ ਤੁਸੀਂ ਅਪਲਾਈ ਕਰ ਲਓ। ਉਸ ਬੰਦੇ ਨੂੰ ਪਹਿਲਾਂ ਕਹਿੰਦੇ ਸੀਗੇ ਅਪਲਾਈ ਕਰੋ, ਹੁਣ ਕਹਿੰਦੇ ਹੁਣ ਆਪਾਂ ਤੁਹਾਨੂੰ ਕੈਦ ਕਰਾਂਗੇ ਕਿ ਤੁਸੀਂ ਅਪਲਾਈ ਕੀਤਾ। ਸੋ ਉਹ ਗੱਲ ਮੈਨੂੰ ਚੁੱਭਦੀ ਹੈ ਕਿ ਜਿਹੜੇ ਬੰਦੇ ਐਕਚੁਅਲੀ ਫਰਾਡ ਹੈਗਾ, ਆਲਰੇਡੀ ਸਾਡੇ ਕੋਲ ਕਾਨੂੰਨ ਹੈਗਾ ਉਸ ਬੰਦੇ ਨੂੰ ਫੜਨ ਵਾਸਤੇ। ਪਰ ਜਿਹੜੇ ਬੰਦਿਆਂ ਨੇ ਮਜਬੂਰੀ ਦੇ ਵਿੱਚ ਕਹਿੰਦੇ ਕਿ ਹਾਂ ਆਪਾਂ ਪੂਰੇ ਕਾਨੂੰਨ ਦੇ ਹਿਸਾਬ ਨਾਲ ਕੁਆਲੀਫਾਈ ਨਹੀਂ ਕਰਦੇ, ਆਪਾਂ ਬੜੇ ਨੇੜੇ ਹੈਗੇ ਆ, ਸਰਕਾਰ ਨੇ ਉਹਨੂੰ ਬੰਦੇ ਨੂੰ ਕਿਹਾ ਕਿ ਚਲੋ ਅਪਲਾਈ ਕਰ ਲਓ, ਕੋਈ ਗੱਲ ਨਹੀਂ, ਜੇ ਤੁਸੀਂ ਨੇੜੇ ਹੈਗੇ ਹੋ, ਕੁਆਲੀਫਿਕੇਸ਼ਨ ਦੇ ਵਿੱਚ ਨੇੜੇ ਹੈਗੇ ਹੋ, ਚਲੋ ਕਰ ਲਓ। ਹੁਣ ਕਹਿ ਰਹੇ ਨੇ ਕਿ ਉਸ ਬੰਦਿਆਂ ਨੂੰ ਕਿ ਆਪਾਂ ਤੁਹਾਨੂੰ ਕੈਦ ਕਰਾਂਗੇ। ਇਹ ਗੱਲ ਬਹੁਤ ਹੀ ਗਲਤ ਆ। ਪੈਂਡੈਮਿਕ ਦੇ ਵਿੱਚ ਉਸ ਬੰਦਿਆਂ ਨੂੰ ਕੈਦ ਨਹੀਂ ਕਰਨਾ ਚਾਹੀਦਾ ਜਿਹੜੇ ਮਜਬੂਰ ਸੀਗੇ। ਜਿਹੜੇ ਬੰਦੇ ਨੇ ਫਰਾਡ ਕੀਤਾ, ਆਲਰੇਡੀ ਸਾਡੇ ਕੋਲ ਫਰਾਡ ਲਾਜ਼ ਹੈਗੇ ਜਿਹੜੇ ਬੜੇ ਸਖਤ ਨੇ, ਬੜੇ ਤਕੜੇ ਨੇ ਹੈਗੇ, ਉਹਦੇ ਨਾਲ ਆਪਾਂ ਉਸ ਬੰਦੇ ਨੂੰ ਪ੍ਰੋਸੀਕਿਊਟ ਕਰ ਸਕਦੇ ਹਾਂ। ਜੀ ਕਿਉਂਕਿ ਜਦੋਂ ਇਹ ਪੈਂਡੈਮਿਕ ਦਾ ਉਸ ਵੇਲੇ ਡਰ ਸੀ ਲੋਕਾਂ ਦੇ ਮਨਾਂ ਦੇ ਵਿੱਚ, ਡਰ ਤੇ ਖੈਰ ਹਜੇ ਵੀ ਨਹੀਂ ਗਿਆ, ਪਰ ਇੱਕਦਮ ਸਭ ਲੋਕ ਘਬਰਾ ਗਏ ਸੀ, ਵੱਡੇ ਲੋਕ ਵੀ ਘਬਰਾ ਗਏ ਸੀ ਕਿ ਪਤਾ ਨਹੀਂ ਕੀ ਕੁਝ ਬਣਨ ਜਾ ਰਿਹਾ ਹੈ। ਜਿੱਦਾਂ ਇਮੀਡੀਏਟਲੀ ਇਹ 2000 ਦੀ ਜਿਹੜੀ ਰਾਹਤ ਮਿਲੀ, ਇਹਨੇ ਪਤਾ ਨਹੀਂ ਕਿੰਨੇ ਕੁ ਲੱਖਾਂ ਪਰਿਵਾਰ ਬਚਾ ਲਏ ਨੇ ਤੇ ਕਿੰਨੇ ਲੋਕ ਸੁਸਾਈਡ ਕਰ ਜਾਂਦੇ, ਡਿਪਰੈਸ਼ਨ 'ਚ ਚਲੇ ਜਾਂਦੇ। ਇਹਨੇ ਉਸ ਵੇਲੇ ਲੋਕਾਂ ਦੀ ਮਦਦ ਕੀਤੀ, ਕੋਈ ਕੁਐਸਚਨ ਨਹੀਂ। ਲੋਕਾਂ ਨੂੰ ਵੱਡੀ ਇਹ ਰਾਹਤ ਸੀ, ਰਿਲੀਫ ਸੀ। ਔਰ ਅੱਜ ਲੋਕ ਫਿਰ ਵੀ ਜੈਸੇ ਤੈਸੇ ਵੀ ਪਰਿਵਾਰ ਪਾਲ ਰਹੇ ਹੈ, ਘਰਾਂ ਦੇ ਵਿੱਚ ਲੋਕ ਜੈਸੇ ਤੈਸੇ ਵੀ ਗੁਜ਼ਾਰਾ ਕਰ ਰਹੇ ਹੈ। ਪਰ ਹਜੇ ਪੈਂਡੈਮਿਕ ਤੋਂ ਅਸੀਂ ਮੁਕਤ ਨਹੀਂ ਹੋਏ। ਰਾਈਟ ਵੇ ਜਿਹੜੀਆਂ ਖਬਰਾਂ ਕਿ ਜੇਲ੍ਹ 'ਚ ਡੱਕ ਦਿਆਂਗੇ ਜਾਂ ਪਾ ਦਿਆਂਗੇ, ਕਈ ਲੋਕਾਂ ਦਾ ਇਹ ਵੀ ਸਵਾਲ ਹੈ ਕਿ ਮਿਲੀਅਨਸ ਆਫ ਡਾਲਰ ਦਾ ਜਿਹੜੇ ਫਰਾਡ ਕਰਨ ਵਾਲੇ CRA ਦੇ ਨਾਲ ਟੈਕਸ ਚੋਰੀ ਕਰਨ ਵਾਲੇ ਬੰਦੇ ਹੈ, ਔਰ ਹਰ ਸਾਲ CRA ਜਿਹੜੀ ਹੈ ਉਹ 15-20 ਬਿਲੀਅਨ ਡਾਲਰ ਰਾਈਟ ਆਫ ਕਰ ਦਿੰਦੀ ਹੈ ਕਿਉਂਕਿ ਉਹ ਪੈਸੇ ਰਿਕਵਰ ਹੀ ਨਹੀਂ ਹੁੰਦੇ।
ਉਦੋਂ ਤਾਂ ਕਦੀ ਕਿਸੇ ਨੇ ਸਰਕਾਰ ਨੇ ਕਰੀਏ ਸਖਤ ਐਲਾਨ ਕੀਤਾ ਨਹੀਂ ਕਿ ਅਸੀਂ ਤੁਹਾਨੂੰ ਜੇਲ੍ਹਾਂ 'ਚ ਡੱਕ ਦਿਆਂਗੇ। ਜੀ ਨਹੀਂ, ਇੱਥੇ ਸੈਣੀ ਸਾਹਿਬ ਤੁਹਾਡੀ ਗੱਲ 'ਚ ਬਹੁਤ ਦਮ ਆ। ਮੈਨੂੰ ਇਸ ਗੱਲ ਦੀ ਬਹੁਤ ਚੁੱਭੀ ਹੈ। ਮੈਂ ਦੇਖੋ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਸਾਫ਼ ਦੇਣਾ। CRA ਨੇ ਪਿਛਲੇ ਮਹੀਨਾ ਦੀ ਗੱਲ ਹੈ $360 ਮਿਲੀਅਨ 360 ਮਿਲੀਅਨ, ਇਹ ਬਹੁਤ ਜ਼ਿਆਦਾ ਪੈਸੇ ਹੈ। $360 ਮਿਲੀਅਨ ਅਨਪੇਡ ਟੈਕਸਿਸ ਲੌਬਲਾਜ਼ ਨੇ ਉਹਨੂੰ ਕਿਹਾ ਕਿ ਤੁਸੀਂ ਅਨਪੇਡ ਟੈਕਸਿਸ ਇੰਨਾ ਅਨਪੇਡ ਹੈਗੇ। ਉਹਨਾਂ ਨੇ ਕੇਸ ਸ਼ੁਰੂ ਕੀਤਾ ਤੇ ਜੱਜ ਨੇ ਮੰਨਿਆ ਕਿ ਹਾਂ ਲੌਬਲਾਜ਼ ਨੇ ਜਾਣਬੁੱਝ ਕੇ $360 ਮਿਲੀਅਨ ਇੱਕ ਕੈਰੀਬੀਅਨ ਬੈਂਕ ਦੇ ਵਿੱਚ ਲੁਕੋਇਆ ਤਾਂ ਕਿ ਉਹ ਟੈਕਸ ਦੇਣਾ ਨਾ ਪਵੇ। ਪਰ ਲਾਇਰ ਜਿਹੜੇ ਜੱਜ ਨੇ ਕਿਹਾ ਪਰ ਇਹ ਸਾਰਾ ਕੁਝ ਲੀਗਲ ਹੈਗਾ, ਉਹਨਾਂ ਨੇ ਇਹ ਕੀਤਾ ਤੇ ਤੁਸੀਂ ਇਹਨੂੰ ਅਸਲ ਤੁਸੀਂ ਉਹਨੂੰ ਆਗਿਆ ਦਿੱਤਾ ਕਿਉਂਕਿ ਕਾਨੂੰਨ ਇਹੋ ਜਿਹੇ ਹੈਗੇ ਜਿਹਦੇ 'ਚ ਇਹ ਹੋ ਸਕਦਾ। ਸੋ ਇੱਕ ਪਾਸੇ CRA ਉਹਨੂੰ ਕਚਹਿਰੀ ਤੇ ਲੈ ਕੇ ਗਏ, ਪਰ ਦੂਜੇ ਪਾਸੇ ਕਚਹਿਰੀ ਦੇ ਵਿੱਚ ਜੱਜ ਨੇ ਕਿਹਾ ਕਿ ਇਹ ਜਿਹੜੀ $360 ਮਿਲੀਅਨ ਲੁਕੋ ਰਹੇ ਨੇ ਲੌਬਲਾਜ਼, ਇਹ ਐਕਚੁਅਲੀ ਕਾਨੂੰਨ ਦੇ ਹਿਸਾਬ ਨਾਲ ਠੀਕ ਹੈ। ਸੋ ਮੈਂ ਕਹਿ ਰਿਹਾ ਕਿ ਉਸ ਬਿਲੀਅਨਰਸ ਤੇ ਮਿਲੀਅਨਰਸ ਦੇ ਮਗਰ ਜਾਣ ਨੂੰ ਨਹੀਂ ਫਿਰਦੇ ਨੇ ਲਿਬਰਲ ਸਰਕਾਰ, ਪਰ ਜਿਹੜੇ ਬੰਦੇ ਨੇ 2000 ਲਿਆ ਉਹਦੇ ਮਗਰ ਜਾ ਰਹੇ ਨੇ। ਇਹ ਗੱਲ ਵੀ ਬਹੁਤ ਗਲਤ ਹੈ। ਜੇ ਸਾਡੇ ਕੋਲ ਲਿਮਿਟਡ ਰਿਸੋਰਸਿਸ ਹੈਗੇ, ਜੇ ਸਾਡੇ ਕੋਲ ਸਿਰਫ 5 ਘੰਟੇ ਹੈਗੇ ਕਿਸੇ ਕੋਲ ਕਿ ਕੰਮ ਕਰਨਾ ਕਿ ਆਪਾਂ ਫਰਾਡ ਲੱਭੀਏ, ਆਪਾਂ ਬਿਲੀਅਨਰਸ ਤੇ ਮਿਲੀਅਨਰਸ ਜਿਹੜੇ ਬਿਲੀਅਨਸ ਆਫ ਡਾਲਰਸ ਚੋਰੀ ਕਰ ਰਹੇ ਨੇ ਉਹਦੇ ਮਗਰ ਚੱਲੀਏ, ਨਾ ਕਿ ਜਿਹੜਾ ਇੱਕ ਬੰਦੇ ਨੇ $2000 ਮਜਬੂਰੀ 'ਚ ਅਪਲਾਈ ਕੀਤਾ। ਇਹ ਗੱਲ ਵੀ ਮੈਨੂੰ ਬਹੁਤ ਚੁਭਦੀ ਹੈ। ਅੱਛਾ, ਸਾਡੇ ਪ੍ਰਾਈਮ ਮਿਨਿਸਟਰ ਹੁੰਦੇ ਸੀ ਪਾਲ ਮਾਰਟਨ, ਆਈ ਹੋਪ ਤੁਹਾਡੇ ਨੌਲੇਜ 'ਚ ਹੋਏਗਾ। ਉਹਨਾਂ ਦੀ ਇੱਕ ਸ਼ਿਪਿੰਗ ਕੰਪਨੀ ਸੀ, ਬਹੁਤ ਵੱਡੀ ਕੰਪਨੀ ਸੀ, ਔਰ ਬੜੇ ਸਾਲ ਉਹਨਾਂ ਤੇ ਦੋਸ਼ ਲੱਗਦੇ ਰਹੇ ਕਿ ਉਹਨਾਂ ਨੇ ਉਹ ਸ਼ਿਪਿੰਗ ਕੰਪਨੀ ਦਾ ਜਿਹੜਾ ਹੈੱਡ ਆਫਿਸ ਹੈ ਉਹ ਕਿਸੇ ਕੈਰੀਬੀਅਨ ਕੰਟਰੀ 'ਚ ਰੱਖਿਆ ਹੋਇਆ ਹੈ ਟੈਕਸ ਐਵੇਜ਼ਨ ਦੇ ਕਰਕੇ। तो वो कल पहले नहीं है उस वेले और नाले प्राइम मिनिस्टर सी मुल्क दे पाल मार्टन, कोई छोटी मोटी हस्ती नहीं सी। तुसी लॉ बला दी गल कर रहे हो, बड़िया बड़िया कंपनियां दी गल कर रहे हो, तो मेरा ख्याल है कि जे इन्ना ही सख्त कानून सरकार किते उन्हां वास्ते बनावे ते बिलियंस ऑफ डॉलर टैक्स पेयर दे वापस आ जाण। जे सरकार इन्ने सख्त बिल्कुल देखो ईवन जॉन क्रेचियन ते पॉल मार्टिन पैराडाइज पेपर्स दे विच उन्हां दे नाम छापिया गया सीगा, मतलब कि वो भी ऑफशोर टैक्स हेवन बस रहे सीगे। सो ਇਹ ਜਿਹੜੀ ਆਫਸ਼ੋਰ ਟੈਕਸ ਹੇਵਨ ਜਿਹੜੀ ਬਿਲੀਅਨਰਸ ਤੇ ਮਿਲੀਅਨਰਸ ਬਹੁਤ ਹੀ ਜ਼ਿਆਦਾ ਅਮੀਰ ਲੋਕ ਪੈਸੇ ਲੁਕੋ ਰਹੇ ਨੇ, ਉਹਨੂੰ ਤਾਂ ਕੁਝ ਨਹੀਂ ਹੁੰਦਾ, ਨਾ ਉਹ ਕੈਦ ਹੁੰਦੇ, ਨਾ ਉਹਨਾਂ ਕੋਈ ਜੁਰਮਾਨਾ ਹੁੰਦਾ, ਨਾ ਉਹਦਾ ਕੋਈ ਸਜ਼ਾ ਹੁੰਦਾ। ਪਰ ਜਿਹੜੇ ਹੁਣ ਗਰੀਬ ਬੰਦੇ ਨੇ ਜਿਹੜੇ ਔਖੇ ਸੌਖੇ ਗੁਜ਼ਾਰਾ ਕਰ ਰਹੇ ਨੇ ਉਹਦੇ ਮਗਰ ਲੱਗ ਰਹੇ ਨੇ ਸਰਕਾਰ। ਪਰ ਜਿਹੜੇ ਵੱਡੇ ਅਮੀਰ ਚੋਰੀ ਕਰ ਰਹੇ ਨੇ ਬਿਲੀਅਨਸ ਆਫ ਡਾਲਰਸ, ਉਹਨੂੰ ਤਾਂ ਪੂਰੀ ਮਾਫ ਹੈ। ਇਹ ਗੱਲ ਵੀ ਬਿਲਕੁਲ ਬੇਇਨਸਾਫ ਹੈ। ਠੀਕ ਹੈ। ਅੱਛਾ, ਮੇਰਾ ਖਿਆਲ ਹੈ ਇਦਾਂ ਹੋਣਾ ਚਾਹੀਦਾ ਹੈ ਕਿ ਮੇਰੀ ਆਪਣੇ ਤੁਹਾਡੇ ਲਈ ਇੱਕ ਸਲਾਹ ਹੈ ਜਾਂ ਸਾਡੇ ਲਿਸਨਰਸ ਵੱਲੋਂ ਆਈ ਹੋਈ ਸਲਾਹ ਹੈ ਕਿ ਸਰਕਾਰ ਇਹਨਾਂ ਲੋਕਾਂ ਨੂੰ ਸਮਾਂ ਦੇਵੇ, ਜਿਨ੍ਹਾਂ ਲੋਕਾਂ ਨੇ ਵੀ ਚਾਹੇ ਮਜਬੂਰੀ 'ਚ ਚਾਹੇ ਗਲਤ ਤਰੀਕੇ ਨਾਲ ਪੈਸੇ ਲਏ ਆ, ਉਹਨਾਂ ਦਾ ਸਾਰਾ ਰੈਕਡ ਸਰਕਾਰ ਦੇ ਕੋਲ ਹੈ, ਸਿਨ ਨੰਬਰ ਐਵਰੀਥਿੰਗ ਸਰਕਾਰ ਕੋਲ ਹੈ। ਸਰਕਾਰ ਉਹਨਾਂ ਨੂੰ ਮੌਕਾ ਦੇਵੇ, ਔਰ ਜਿੱਦਾਂ ਆਲਰੇਡੀ ਕਾਨੂੰਨ ਤੁਸੀਂ ਕਹਿ ਰਹੇ ਹੋ ਬਣੇ ਹੋਏ ਹੈ, ਦੇ ਮਸਟ ਰਿਟਰਨ ਦੇਅਰ ਮਨੀ। ਕੱਲ ਨੂੰ ਉਹਨਾਂ ਨੇ ਮੌਰਗੇਜ ਲੈਣੀ ਹੈ, ਕੱਲ ਨੂੰ ਉਹਨਾਂ ਨੇ ਜੀਵਨ 'ਚ ਕੁਝ ਵੀ ਕਰਨਾ ਹੈ, ਕਿਤੇ ਵੀ ਕੱਲ ਨੂੰ ਉਹਨਾਂ ਨੇ ਕੋਈ ਲੋਨ ਲੈਣਾ, ਕੱਲ ਨੂੰ ਉਹਨਾਂ ਨੇ ਕਿਤੇ ਕੋਈ, ਤਾਂ ਉਹਨਾਂ ਨੂੰ ਉਸ ਵੇਲੇ ਇੱਕ ਕੰਡੀਸ਼ਨ ਹੋਵੇ ਕਿ ਜੇ ਤੁਸੀਂ ਗਲਤ ਪੈਸਾ ਲਿਆ ਸੀ ਉਹਨੂੰ ਪਹਿਲਾਂ ਵਾਪਸ ਕਰੋ ਔਰ ਫਿਰ ਤੁਹਾਨੂੰ ਕੋਈ ਨਾ ਕੋਈ ਸਹੂਲਤ ਮਿਲੇਗੀ। ਸੈਣੀ ਸਾਹਿਬ ਬਿਲਕੁਲ, ਜੇ ਸਰਕਾਰ ਦਾ ਮਕਸਦ ਸੀਗਾ ਕਿ ਸਿਰਫ ਪੈਸੇ ਵਾਪਸ ਲੈਣੇ ਜਿਹੜੇ ਗਲਤ ਕਿਸੇ ਨੂੰ ਗਲਤੀ ਨਾਲ ਕਿਸੇ ਨੂੰ ਮਿਲਿਆ, ਤਾਂ ਆਪਾਂ ਆਰਾਮ ਨਾਲ ਇਹ ਕਰ ਸਕਦੇ ਹਾਂ। ਬਹੁਤ ਹੀ ਤਰੀਕੇ ਹੈਗੇ, ਟੈਕਸ ਸਿਸਟਮ ਹੈਗਾ, ਲੋਕਾਂ ਨੂੰ ਆਪਾਂ ਕਹਿ ਸਕਦੇ ਹਾਂ। ਰੀਸੈਂਟਲੀ ਅੱਜ ਦੀ ਖਬਰ ਹੈ ਕਿ ਕੁਝ 2 ਲੋਕ ਬੰਦਿਆਂ ਨੇ ਆਪੇ ਹੀ ਪੈਸੇ ਮੋੜਤੇ ਕਿ ਉਹਨੂੰ ਪਤਾ ਲੱਗਿਆ ਕਿ ਨਹੀਂ ਗਲਤੀ ਹੋ ਗਈ ਸੀਗੀ, ਤੇ ਉਹਨਾਂ ਨੇ ਆਪੇ ਪੈਸੇ 2 ਲੱਖ ਬੰਦੇ ਨੇ ਆਪਣੇ ਕੋਲੋਂ ਪੈਸੇ ਆਪੇ ਵਾਪਸ ਕੀਤਾ। ਅੱਜ ਦੀ ਖਬਰ ਹੈ। ਸੋ ਇਹ ਜਿਹੜੀ ਸਰਕਾਰ ਦੀ ਤਰੀਕਾ ਆ ਕਿ ਲੋਕਾਂ ਨੂੰ ਡਰਾਉਣਾ ਤੇ ਕੈਦ ਦੀ ਡਰ ਲੋਕਾਂ 'ਚ ਪੈਦਾ ਕਰਨਾ, ਵੱਡੇ ਜੁਰਮਾਨੇ ਕਰਨੇ, ਇਹ ਸਾਰਾ ਕੁਝ ਗਲਤ ਆ। ਹੋਣਾ ਕੀ ਚਾਹੀਦਾ ਕਿ ਟੈਕਸ ਸਿਸਟਮ ਵਰਤੋ, ਜਿਹੜੇ ਐਕਚੁਅਲੀ ਫਰਾਡਸਟਰ ਹੈਗੇ ਸਾਡੇ ਕੋਲ ਆਲਰੇਡੀ ਕਾਨੂੰਨ ਬਣੇ ਹੈਗੇ, ਉਹਦੇ ਵਾਸਤੇ ਬਹੁਤ ਸਖਤ ਕਾਨੂੰਨ ਹੈਗੇ ਫਰਾਡ ਬਾਰੇ, ਜਿਹਦੇ 'ਚ ਸਾਨੂੰ ਪਤਾ ਹੈਗਾ ਐਗਜ਼ੈਕਟਲੀ ਕੀ ਹੈਗਾ। ਹੁਣ ਇੱਕ ਨਵਾਂ ਕਾਨੂੰਨ ਬਣਾਉਣਾ ਜਿਹਦੇ 'ਚ ਵਿਚਾਰੇ ਬੰਦਿਆਂ ਨੂੰ ਕੈਦ ਕਰਨੇ, ਇਹ ਗੱਲ ਗਲਤ ਆ। ਆਪਾਂ ਉਹਨੂੰ ਕਹਿ ਸਕਦੇ ਵਾਪਸ ਮੁੜੋ ਜਿਨ੍ਹਾਂ ਨੇ ਗਲਤੀ ਲਿਆ, ਤੇ ਟੈਕਸ ਸਿਸਟਮ ਨਾਲ ਆਪਾਂ ਵਾਪਸ ਟੈਕਸ ਕਰ ਸਕਦੇ। ਤੇ ਜਿੱਦਾਂ ਤੁਸੀਂ ਕਿਹਾ ਸੈਣੀ ਸਾਹਿਬ, ਸਾਨੂੰ ਸਰਕਾਰ ਨੂੰ CRA ਨੇ ਪੂਰਾ ਪਤਾ ਕਿ ਕਿਹਨੂੰ ਪੈਸੇ ਭੇਜ ਦਿੱਤਾ, ਸੋ ਆਰਾਮ ਨਾਲ ਟਰੈਕ ਹੋ ਸਕਦਾ ਤੇ ਉਹ ਵਾਪਸ ਲੈ ਸਕਦੇ ਜੇ ਕਿਸੇ ਨੂੰ ਪੈਨਿਕ ਕ੍ਰੀਏਟ ਕਰਨ ਦੀ ਲੋੜ ਨਹੀਂ ਹੈ। ਮੇਰਾ ਮਤਲਬ ਇਹ ਕੰਮ ਆਰਾਮ ਨਾਲ ਵੀ ਹੋ ਸਕਦਾ, ਇੱਕਦਮ ਮੇਰਾ ਪੈਨਿਕ ਕ੍ਰੀਏਟ ਕਰ। ਅੱਛਾ, ਇੱਕ ਮੇਰਾ ਸਵਾਲ ਹੋਰ ਹੈ ਤੁਹਾਨੂੰ, ਜਿਹੜੇ ਲੋਕਾਂ ਦੀ ਗਿਲਾ ਹੈ, ਤੁਸੀਂ ਵੀ ਅਪੀਲ ਕਰੋ ਕਿ ਕਈ ਕੇਸਿਸ ਐਸੇ ਆ ਰਹੇ ਹੈ ਕਿ ਜਿੱਥੇ $2000 ਮਿਲ ਗਿਆ, ਲੋਕ ਘਰਾਂ 'ਚ ਜਾ ਕੇ ਬੈਠ ਗਏ, ਹੁਣ ਇੰਪਲੋਇਰ ਕਹਿ ਰਿਹਾ ਕਿ ਕੰਮਾਂ ਤੇ ਵਾਪਸ ਆਓ, ਉਹ ਕੰਮਾਂ ਤੇ ਆਉਣਾ ਨਹੀਂ ਚਾਹੁੰਦੇ। ਤਾਂ ਮੇਰਾ ਖਿਆਲ ਹੈ ਹੁਣ ਆਪਾਂ ਵਾਪਸ ਮਿਹਨਤ ਕਰੀਏ, ਇਕੱਠੇ ਹੋਈਏ ਕਿ ਇਕਨੋਮੀ ਨੂੰ ਮੁੜ ਕੇ ਟਰੈਕ ਤੇ ਲੈ ਕੇ ਆਈਏ, ਉਹਦੇ ਲਈ ਐਫਰਟਸ ਕਰੀਏ ਕਿ ਸਭ ਲੋਕ ਜੁਟ ਜਾਈਏ, ਕੰਮ ਤੇ ਕਰੀਏ। ਤਾਂ ਬਹੁਤ ਲੋਕ ਜਿਹੜੇ ਹੈ
ਕਈ ਲੋਕ ਡਰ ਦੇ ਕਰਕੇ ਬੈਠ ਗਏ ਸੀ ਕਿ ਅਸੀਂ ਕੰਮ ਨਹੀਂ ਕਰਨਾ, ਜੇ 2,500 ਕੰਮ ਕਰਕੇ ਮਿਲਦਾ ਤਾਂ ਕਿਉਂ ਨਾ 2,000 ਘਰ ਬੈਠੇ ਮਿਲੀਏ। ਹੁਣ ਜਿਨ੍ਹਾਂ ਨੂੰ ਕਮ ਸੇ ਕਮ ਇੰਪਲੋਇਰ ਬੁਲਾ ਰਹੇ ਆ, ਜਿਨ੍ਹਾਂ ਨੂੰ ਕੰਮ ਮਿਲ ਰਿਹਾ, ਦੇ ਸ਼ੁੱਡ ਕਮ ਬੈਕ। ਜੀ ਮੈਨੂੰ ਲੱਗਦਾ ਕਿ ਲੋਕ ਕੰਮ ਤੇ ਜਾਣਾ ਚਾਹੁੰਦੇ ਵੀ ਹੈਗੇ। ਜੇ 3 ਗੱਲਾਂ ਹੋਣ, 2 ਮੇਨ ਗੱਲਾਂ ਹੋਣ ਤਾਂ ਲੋਕ ਕੰਮ ਤੇ ਜਾਣਗੇ। ਇੱਕ ਤਾਂ ਲੋਕਾਂ ਨੂੰ ਹੋਣਾ ਚਾਹੀਦਾ ਪੂਰੀ ਉਮੀਦ ਕਿ ਕੰਮ ਸੁਰੱਖਿਅਤ ਹੈ, ਕਿ ਕੰਮ ਤੇ ਜਾ ਕੇ ਉਹਨੂੰ ਕੋਈ ਇਹੋ ਜਿਹਾ ਖਤਰਾ ਨਾ ਹੋਵੇ। ਤੇ ਆਪਾਂ ਦੇਖਿਆ ਕਾਰਗਿਲ ਦੇ ਵਿੱਚ ਜਿੱਥੇ ਲੋਕਾਂ ਨੂੰ ਬੁਲਾਇਆ ਗਿਆ ਸੀਗਾ ਕੰਮ ਤੇ 900 ਬੰਦੇ ਬਿਮਾਰ ਹੋ ਗਏ ਸੀਗੇ ਤੇ ਉਹਨਾਂ ਚੋਂ ਕਈ ਬੰਦੇ ਮਰ ਵੀ ਗਏ। ਸੋ ਉਹ ਆਪਾਂ ਚਾਹੁੰਦੇ ਨਹੀਂ ਹੈਗੇ ਕਿ ਲੋਕ ਕੰਮ ਤੇ ਜਾਣ ਤੇ ਉਹ ਅਨਸੇਫ ਹੋਵੇ। ਸੋ ਜੇ ਕੰਮ ਸੇਫ ਹੈਗਾ, ਸੁਰੱਖਿਅਤ ਹੈਗਾ ਤੇ ਲੋਕਾਂ ਕੋਲ ਪੇਡ ਸਿਕ ਲੀਵ ਵੀ ਹੋਵੇ ਤਾਂ ਆਰਾਮ ਨਾਲ ਲੋਕ ਕੰਮ ਤੇ ਜਾਣਗੇ। ਤੇ ਇਸ ਕਰਕੇ ਆਪਾਂ ਪੁਸ਼ ਕਰ ਰਹੇ ਹਾਂ ਕਿ ਕੰਮਕਾਰਾਂ ਉਹ ਸੇਫ ਹੋਣ। ਤੇ ਦੂਜੀ ਗੱਲ, ਹਰੇਕ ਕੈਨੇਡੀਅਨ ਨੂੰ ਇਹ ਪੇਡ ਸਿਕ ਲੀਵ ਮਿਲੇ ਤਾਂ ਕਿ ਜੇ ਰੱਬ ਨਾ ਕਰੇ ਕੋਈ ਬਿਮਾਰ ਹੋ ਜਾਂਦਾ ਤਾਂ ਉਹ ਘਰ ਰਹਿ ਸਕਦਾ ਤੇ ਉਹਨੂੰ ਇਹ ਫਿਕਰ ਨਾ ਹੋਵੇ ਕਿ ਜੇ ਮੈਂ ਘਰ ਰਹਿੰਦਾ ਤਾਂ ਮੇਰੇ ਕੋਲ ਕੋਈ ਤਨਖਾਹ ਨਹੀਂ ਆਉਣੀ। ਜੇ ਆਪਾਂ ਪੇਡ ਸਿਕ ਲੀਵ ਕਰਦੇ ਹਾਂ ਤਾਂ ਫਿਰ ਲੋਕ ਘਰ ਰਹਿ ਕੇ ਠੀਕ ਹੋ ਕੇ ਫਿਰ ਵਾਪਸ ਕੰਮ ਤੇ ਜਾ ਸਕਦੇ। ਜੀ, ਮੇਰਾ ਲਾਸਟ ਸਵਾਲ ਤੁਹਾਨੂੰ ਜਾਂਦੇ ਜਾਂਦੇ ਹੈ ਕਿ ਸਾਡੀ ਕਮਿਊਨਿਟੀ ਦੇ ਵਿੱਚ ਟਰੱਕਿੰਗ ਇੰਡਸਟਰੀ 'ਚ ਬਹੁਤ ਜ਼ਿਆਦਾ ਲੋਕ ਕੰਮ ਕਰਦੇ ਹੈ। ਇਸ ਸਮੇਂ ਦੇ ਵਿੱਚ ਮੈਂ ਜਿੰਨਿਆਂ ਕੁ ਪ੍ਰਾਈਮਰ ਦੀ ਇੰਟਰਵਿਊ ਕੀਤੀ, ਜਿਨ੍ਹਾਂ ਦੀ ਵੀ ਇੰਟਰਵਿਊ ਕੀਤੀ ਹੈ, ਮਿਨਿਸਟਰ ਆਫ ਟਰਾਂਸਪੋਰਟੇਸ਼ਨ ਦੀ, ਸਾਰੇ ਕਹਿ ਤੇ ਰਹੇ ਹੈ ਕਿ ਜੀ ਟਰੱਕ ਡਰਾਈਵਰਸ ਆਰ ਹੀਰੋਜ਼, ਲੇਕਿਨ ਦਿੱਤਾ ਕੁਝ ਨਹੀਂ। ਤਾਂ ਅਜੇ ਜਦੋਂ ਹੁਣ ਪਿੱਛੇ ਜੀ ਪ੍ਰਾਈਮ ਮਿਨਿਸਟਰ ਨੇ ਕਿਹਾ ਸੀਗਾ ਕਿ ਅਸੀਂ ਫਰੰਟ ਲਾਈਨ ਵਰਕਰ ਦੀ ਜਿਹੜਾ ਘੇਰਾ ਹੈ ਉਸ ਨੂੰ ਵਧਾ ਰਹੇ ਹਾਂ, ਹੋਰ ਕੈਟਾਗਰੀਜ਼ ਨੂੰ ਵੀ ਸ਼ਾਮਿਲ ਕਰ ਰਹੇ ਹਾਂ। ਤਾਂ ਅਸੀਂ ਹੋਪ ਕਰ ਰਹੇ ਸੀਗੇ ਕਿ ਟੈਕਸੀਆਂ ਵਾਲੇ ਹੋ ਗਏ, ਟਰੱਕਾਂ, ਉਹ ਲੋਕ ਜਿਹੜੇ ਉਸ ਕੋਵਿਡ-19 ਦੇ ਵਿੱਚ ਵੀ ਲੱਗੇ ਰਹੇ ਹੈ ਔਰ ਐਜ਼ ਫਰੰਟ ਲਾਈਨ ਵਰਕਰ ਹੀ ਉਹਨਾਂ ਨੇ ਕੰਮ ਕੀਤਾ, ਉਹਨਾਂ ਨੂੰ ਕਿਤੇ ਕੋਈ ਰਿਲੀਫ ਅਜੇ ਤੱਕ ਨਹੀਂ ਮਿਲਿਆ। ਤਾਂ ਆਈ ਡੋਂਟ ਨੋ ਕਦੋਂ ਇਹ ਰਿਲੀਫ ਮਿਲੇਗਾ। ਤੁਸੀਂ ਜ਼ਰੂਰ ਇਹ ਮੁੱਦਾ ਉਠਾਓ ਉੱਥੇ। ਜੀ ਜ਼ਰੂਰ, ਮੈਂ ਵੀ ਸਹਿਮਤ ਹਾਂ ਕਿ ਜਿਹੜੇ ਸਾਡੇ ਟਰਾਂਸਪੋਰਟੇਸ਼ਨ ਦੇ ਵਿੱਚ ਕੰਮ ਕਰ ਰਹੇ ਨੇ ਭੈਣ ਭਾਈ, ਉਹ ਬਹੁਤ ਹੀ ਜ਼ਰੂਰੀ ਕੰਮ ਹੈ ਤੇ ਉਹਨੂੰ ਕੁਝ ਐਕਸਟਰਾ ਮਿਲਣਾ ਚਾਹੀਦਾ। ਇੱਕ ਨੂੰ ਆਪਾਂ ਕਰੇਜ ਬੋਨਸ ਕਹਿੰਦੇ ਕਿ ਉਹਨਾਂ ਦੀ ਬਹਾਦਰੀ ਲਈ, ਉਹਨਾਂ ਦੀ ਸੈਕਰੀਫਾਈਸ ਵਾਸਤੇ ਕਿ ਔਖੇ ਸਮੇਂ ਦੇ ਵਿੱਚ ਕੰਮ ਕਰ ਰਹੇ ਨੇ। ਉਹਨਾਂ ਦੀ ਇੱਕ ਮੰਗ, ਜਗਮੀਤ, ਉਹਨਾਂ ਦੀ ਇੱਕ ਮੰਗ ਇਹ ਵੀ ਹੈ ਕਿ ਉਹਨਾਂ ਨੂੰ ਇੰਸ਼ੋਰੈਂਸ ਹੀ ਕਮ ਸੇ ਕਮ ਮਿਲੇ, ਉਹਨਾਂ ਦੇ ਪਰਿਵਾਰ ਨੂੰ ਕੋਈ ਇੰਸ਼ੋਰੈਂਸ ਹੀ ਦੇ ਦਿਓ, ਕੁਛ ਤੇ ਦਿਓ। ਜੀ ਬਿਲਕੁਲ, ਮੈਂ ਸਹਿਮਤ ਹਾਂ ਤੇ ਇਹ ਗੱਲ ਜ਼ਰੂਰੀ ਹੈ ਤੇ ਮੈਂ ਇਸ ਦੇ ਨੁਮਾਇੰਦਗੀ ਕਰਦਾ ਰਹੂੰਗਾ ਜੀ। ਥੈਂਕ ਯੂ ਸੋ ਮਚ ਜਗਮੀਤ, ਤੁਸੀਂ ਲੱਗੇ ਹੋਏ ਹੋ ਔਰ ਆਵਾਜ਼ ਬਣ ਕੇ ਪਾਰਲੀਮੈਂਟ 'ਚ ਪਹੁੰਚੇ ਹੋ। ਸਾਨੂੰ ਖੁਸ਼ੀ ਹੈ, ਕਮ ਸੇ ਕਮ ਤੁਹਾਡੇ ਮਾਰਫਤ ਵੀ ਅਸੀਂ ਆਪਣੇ ਜੋ ਵੀ ਇਸ਼ੂਜ਼ ਆ ਤੁਹਾਡੇ ਸਰਕਾਰ ਤੱਕ ਪਹੁੰਚਾ ਪਾਉਂਦੇ ਹਾਂ। ਸੋ ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸੈਣੀ ਸਾਹਿਬ, ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਇਹ ਸਨ ਜਗਮੀਤ ਸਿੰਘ ਹੋਰੀ।